ਪੁਸਤਕਾਂ ਪੜ੍ਹਨਾ ਇੱਕ ਚੰਗਾ ਸ਼ੌਂਕ ਹੈ ਤੇ ਜੇਕਰ ਪੁਸਤਕ ਪੜ੍ਹਨ ਦੇ ਨਾਲ ਤੁਸੀਂ ਇੱਕ ਚੰਗੇ ਪੁਸਤਕ ਸਮੀਖਿਆਕਾਰ ਵੀ ਹੋ ਤਾਂ ਇਹ ਸੋਨੇ ਉੱਪਰ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ। ਪੁਸਤਕ ਸਮੀਖਿਆ ਦਾ ਮਤਲਬ ਇਹ ਹੋ ਨਿਬੜਦਾ ਹੈ ਕਿ ਤੁਸੀਂ ਪੁਸਤਕ ਦੇ ਗਿਆਨ ਨੂੰ ਆਪਣੇ ਤੱਕ ਸੀਮਤ ਹੀ ਨਹੀਂ ਰੱਖਣਾ ਚਾਹੁੰਦੇ, ਬਲਕਿ ਉਹਨੂੰ ਦੂਸਰਿਆਂ ਨਾਲ ਵੀ ਸਾਂਝਾ ਕਰਨਾ ਚਾਹੁੰਦੇ ਹੋ। ਪੁਸਤਕ ਸਮੀਖਿਆ ਲਿਖਣਾ ਇੱਕ ਹੁਨਰ ਹੈ ਤੇ ਇਸ ਹੁਨਰ ਵਿੱਚ ਤਾਂ ਹੀ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਜੇਕਰ ਅਸੀਂ ਲਗਾਤਾਰ ਇਸ ਨਾਲ ਜੁੜੇ ਰਹਾਂਗੇ। ਹੁਣ ਜਦੋਂ ਅਸੀਂ ਹਾਲੇ ਪੁਸਤਕ ਸਮੀਖਿਆ ਲਿਖਣੀ ਸਿੱਖ ਰਹੇ ਹਾਂ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਡੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਉਹਨਾਂ ਨੁਕਤਿਆਂ ਨੂੰ ਵੀ ਧਿਆਨ ਵਿੱਚ ਰੱਖੀਏ ਜੋ ਕਿ ਇੱਕ ਪੁਸਤਕ ਦੀ ਸਮੀਖਿਆ ਲਈ ਜ਼ਰੂਰੀ ਮੰਨੇ ਜਾਂਦੇ ਹਨ। ਵਿਦਵਾਨਾਂ ਦੁਆਰਾ 6 ਮਹੱਤਵਪੂਰਨ ਨੁਕਤਿਆਂ ਦੀ ਜਿਹੜੀ ਗੱਲ ਪੁਸਤਕ ਸਮੀਖਿਆ ਲਈ ਜ਼ਰੂਰੀ ਮੰਨੀ ਜਾਂਦੀ ਹੈ ਜੋ ਕਿ ਇਸ ਪ੍ਰਕਾਰ ਹਨ। ਪੁਸਤਕ ਦੀ ਸਮੀਖਿਆ ਆਰੰਭ ਕਰਨ ਦਾ ਬਹੁਤ ਹੀ ਸੋਹਣਾ ਢੰਗ ਹੈ ਕਿ ਤੁਸੀਂ ਪੁਸਤਕ ਦੀ ਸੰਖੇਪ ਜਾਣਕਾਰੀ ਨਾਲ ਆਰੰਭ ਕਰੋ। ਕਿਸੇ ਵੀ ਸਮੀਖਿਆ ਨੂੰ ਪੇਸ਼ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਇਹ ਇੱਕ ਕਿਸਮ ਦੀ ਭੂਮਿਕਾ ਤਿਆਰ ਕਰ ਦਿੰਦਾ ਹੈ, ਪਰ ਇਹ ਨਿਸ਼ਚਿਤ ਕਰੋ ਕਿ ਇਹ ਬਹੁਤ ਜ਼ਿਆਦਾ ਵਿਸਥਾਰ ਵਿੱਚ ਨਾ ਹੋਵੇ ਤੇ ਇਸ ਨੂੰ ਸੰਖੇਪ ਅਤੇ ਧਿਆਨ ਆਕਰਸ਼ਿਤ ਕਰਨ ਵਾਲਾ ਰੱਖੋ। ਇਸ ਵਿੱਚ ਤੁਸੀਂ ਬੁੱਕ ਦੇ ਪਬਲਿਸ਼ਰ ਬਾਰੇ, ਉਸ ਦੇ ਰਚਨਾਕਾਰ ਬਾਰੇ ਤੇ ਉਸ ਦੇ ਕੰਟੈਂਟ ਬਾਰੇ ਸੰਖੇਪ ਵਿੱਚ ਦੱਸ ਸਕਦੇ ਹੋ। ਸਮੀਖਿਆ ਦਾ ਦੂਸਰਾ ਪੈਰਾ ਬਹੁਤ ਮਹੱਤਵਪੂਰਨ ਹੈ। ਇਸ ਵਿੱਚ ਕਿਤਾਬ ਦੇ ਮਹੱਤਵਪੂਰਨ ਨੁਕਤਿਆਂ ਦੇ ਸੰਬੰਧ ਵਿੱਚ ਤੁਸੀਂ ਗੱਲ ਕਰਨੀ ਹੈ। ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਦੇ ਪ੍ਰਤੀ ਇੱਕ ਆਪਣਾ ਖਾਕਾ ਤਿਆਰ ਕਰ ਲਓ। ਇਸ ਦੇ ਵਿੱਚ ਵਿਸ਼ਾ ਪੱਖ, ਪਲਾਟ, ਪਾਤਰ ਚਿੱਤਰਣ, ਕਲਾ ਪੱਖ, ਭਾਸ਼ਾ ਤੇ ਸ਼ੈਲੀਗਤ ਵਿਸ਼ੇਸ਼ਤਾਵਾਂ ਵਿੱਚੋਂ ਹਰ ਇੱਕ ਲਈ ਇੱਕ ਸੰਖੇਪ ਪੈਰਾ ਜਾਂ ਇੱਕ ਪੈਰੇ ਦੇ ਵਿੱਚ ਵੱਖ-ਵੱਖ ਤਰਤੀਬਵਾਰ ਇਹਨਾਂ ਦੇ ਵਿਚਾਰ ਜਿਹੜੇ ਆ ਉਹ ਪੇਸ਼ ਕੀਤੇ ਜਾ ਸਕਦੇ ਹੈ। ਇਸ ਬਾਰੇ ਵਿਚਾਰ ਵਟਾਂਦਰਾ ਕਰੋ ਕਿ ਲੇਖਕ ਨੇ ਇਹਨਾਂ ਨੂੰ ਕਿੰਨੇ ਸੁਚੱਜੇ ਢੰਗ ਨਾਲ ਨਿਭਾਇਆ ਤੇ ਪਾਠਕ ਨੂੰ ਇਹ ਕਿੰਨਾ ਆਨੰਦ ਦੇਣਗੇ ਅਥਵਾ ਤੁਸੀਂ ਕਿੰਨਾ ਆਨੰਦ ਪ੍ਰਾਪਤ ਕੀਤਾ ਹੈ। ਇਸ ਗੱਲ ਦਾ ਖਿਆਲ ਰੱਖੋ ਕਿ ਜਿਹੜੀ ਗੱਲਬਾਤ ਤੁਸੀਂ ਕਰ ਰਹੇ ਹੋ ਉਹਦੇ ਨਾਲ ਸੰਬੰਧਿਤ ਕੁਝ ਉਦਾਹਰਨਾਂ ਨੂੰ ਸੰਖੇਪ ਰੂਪ ਦੇ ਵਿੱਚ ਸਮੀਖਿਆ ਵਿੱਚ ਦਿੱਤਾ ਜਾ ਸਕਦਾ ਹੈ ਕਿਉਂਕਿ ਇਹ ਹਰ ਉਸ ਚੀਜ਼ ਲਈ ਉਦਾਹਰਣ ਦੇਵੇਗਾ ਜੋ ਤੁਸੀਂ ਕਹਿ ਰਹੇ ਹੁੰਦੇ ਹੋ। ਜੇਕਰ ਤੁਹਾਡੀ ਸਮੀਖਿਆ ਕਿਸੇ ਪਾਤਰ ਦੇ ਵਿਸ਼ੇਸ਼ ਤੌਰ ਤੇ ਮਜ਼ੇਦਾਰ ਹੋਣ ਬਾਰੇ ਗੱਲ ਕਰਦੀ ਹੈ ਤਾਂ ਪਾਤਰ ਦੀ ਇੱਕ ਵਿਲੱਖਣ ਲਾਈਨ ਤੁਹਾਡੇ ਪਾਠਕਾਂ ਨੂੰ ਇਹ ਦਰਸਾਉਂਦੀ ਹੈ ਕਿ ਤੁਸੀਂ ਕਿਸ ਕਿਸਮ ਦੇ ਵਿਲੱਖਣ ਪਾਤਰ ਨਾਲ ਇੱਥੇ ਪੇਸ਼ ਹੋ ਰਹੇ ਹੋ। ਪਰ ਸਾਵਧਾਨ ਰਹੋ ਕਿ ਲੰਬੇ ਹਵਾਲੇ ਵੱਡੀ ਜਗ੍ਹਾ ਲੈ ਸਕਦੇ ਹਨ ਤੇ ਤੁਹਾਡੀ ਸਮੀਖਿਆ ਨੂੰ ਬੋਝਲ ਬਣਾ ਸਕਦੇ ਹਨ। ਹਵਾਲੇ ਛੋਟੇ ਹੋਣੇ ਚਾਹੀਦੇ ਤੇ ਆਮ ਤੌਰ ਤੇ ਤੁਹਾਡੇ ਨਿਸ਼ਾਨੇ ਨੂੰ ਜਿਹੜੇ ਸੌਖਿਆਂ ਹੀ ਪ੍ਰਾਪਤ ਕਰਨ ਵਾਲੇ ਹੋਣ। ਇਹ ਜ਼ਰੂਰ ਖਿਆਲ ਰੱਖੋ ਕਿ ਜਿਹੜਾ ਹਵਾਲਾ ਤੁਸੀਂ ਦੇ ਰਹੇ ਹੋ ਉਹ ਰੋਚਕ ਵੀ ਹੋਵੇ, ਪਾਠਕ ਜਾਂ ਸਰੋਤੇ ਦਾ ਧਿਆਨ ਆਕਰਸ਼ਿਤ ਕਰਨ ਵਾਲਾ ਵੀ ਹੋਵੇ ਤਾਂ ਸੰਖੇਪ ਵੀ ਹੋਵੇ। ਕੋਸ਼ਿਸ਼ ਕਰੋ ਕਿ ਹਵਾਲਾ ਉਹੀ ਪੇਸ਼ ਕਰੋ ਜਿਹੜਾ ਸਮੁੱਚੀ ਕਿਤਾਬ ਦਾ ਜਿਹੜਾ ਕਹਿ ਲਓ ਕਿ ਕੇਂਦਰੀ ਨੁਕਤਾ ਜਿਹੜਾ ਆ ਉਹ ਹੋਵੇ। ਅਗਲੇ ਪੈਰੇ ਦੇ ਵਿੱਚ ਇੱਕ ਸਿੱਟਾ ਲਿਖੋ ਜੋ ਕਿ ਹਰ ਇੱਕ ਪਹਿਲੂ ਦਾ ਸਾਰ ਪੇਸ਼ ਕਰਦਾ ਹੋਵੇ। ਜਾਣ ਪਛਾਣ ਦੀ ਤਰ੍ਹਾਂ ਆਪਣੇ ਸਿੱਟੇ ਨੂੰ ਸੰਖੇਪ ਤੇ ਸਵਾਦਲਾ ਰੱਖੋ। ਇਹ ਤੁਹਾਡੀ ਸਮੀਖਿਆ ਦੇ ਮੁੱਖ ਨੁਕਤੇ ਦੇ ਨਾਲ ਕਿਤਾਬ ਬਾਰੇ ਤੁਹਾਡੀ ਸਮੁੱਚੀ ਰਾਏ ਪੇਸ਼ ਕਰਨ ਵਾਲਾ ਵੀ ਹੋਣਾ ਚਾਹੀਦਾ ਹੈ। ਇੱਥੇ ਤੁਸੀਂ ਕਿਤਾਬ ਪੜ੍ਹਦਿਆਂ ਜਿਹੜਾ ਅਨੁਭਵ ਕੀਤਾ ਹੈ ਉਹਨੂੰ ਵੀ ਸਾਂਝਾ ਕਰ ਸਕਦੇ ਹੋ, ਪਰ ਨਾਲ ਦੀ ਨਾਲ ਉਹੋ ਜਿਹੀਆਂ ਕਿਤਾਬਾਂ ਦੇ ਨਾਲ ਵੇਰਵੇ ਵੀ ਜ਼ਰੂਰ ਦਿਓ ਕਿ ਇਹ ਸਾਰੀ ਕਿਤਾਬ ਸਮੁੱਚੇ ਉਸ ਫੀਲਡ ਨਾਲ ਸੰਬੰਧ ਰੱਖਣ ਵਾਲੀਆਂ ਕਿਤਾਬਾਂ ਦੇ ਵਿੱਚ ਆਪਣਾ ਕਿਹੋ ਜਿਹਾ ਮੁਕਾਮ ਹਾਸਲ ਕਰ ਸਕੀ ਹੈ। ਇਹਦੀ ਚਰਚਾ ਵੀ ਇਸ ਪੈਰੇ ਦੇ ਵਿੱਚ ਕੀਤੀ ਜਾ ਸਕਦੀ ਹੈ। ਸਮੀਖਿਆ ਦਾ ਇੱਕ ਮਕਸਦ ਪਾਠਕ ਜਾਂ ਸਰੋਤੇ ਨੂੰ ਪੁਸਤਕ ਦੇ ਬਾਰੇ 'ਚ ਜਾਣਕਾਰੀ ਹੀ ਦੇਣਾ ਨਹੀਂ ਹੁੰਦਾ, ਬਲਕਿ ਉਸ ਨੂੰ ਪੁਸਤਕ ਪੜ੍ਹਨ ਲਈ ਜਾਂ ਉਹਦੇ ਬਾਰੇ ਗੱਲਬਾਤ ਕਰਨ ਲਈ ਪ੍ਰੇਰਿਤ ਕਰਨਾ ਵੀ ਹੁੰਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਆਪਣੀ ਸਮੀਖਿਆ ਨੂੰ ਸਮੇਟਣ ਸਮੇਂ ਕੁਝ ਪੁਸਤਕਾਂ ਦੇ ਇਹੋ ਜਿਹੇ ਹਵਾਲੇ ਵੀ ਦਿਓ ਕਿ ਇਹ ਪੁਸਤਕ ਕਿਹੋ ਜਿਹੀਆਂ ਪੁਸਤਕਾਂ ਵਰਗੀ ਹੈ। ਤਾਂ ਕੋਸ਼ਿਸ਼ ਕਰੋ ਕਿ ਜਿਹੜੀਆਂ ਪੁਸਤਕਾਂ ਤੁਸੀਂ ਪਹਿਲੇ ਪੜ੍ਹ ਚੁੱਕੇ ਹੋ ਜਾਂ ਜ਼ਿਆਦਾ ਮਸ਼ਹੂਰ ਰਹੀਆਂ ਨੇ ਤੇ ਬਹੁ ਗਿਣਤੀ ਵੱਲੋਂ ਪੜ੍ਹੀਆਂ ਹੋਈਆਂ ਨੇ, ਉਹੋ ਜਿਹੀ ਕਿਸੇ ਪੁਸਤਕਾਂ ਦੇ ਜਾਂ ਕੁਝ ਇੱਕ ਦੋ ਪੁਸਤਕਾਂ ਦੇ ਹਵਾਲੇ ਜਿਹੜੇ ਆ ਨਾਲ ਜ਼ਰੂਰ ਦਿਓ ਤੇ ਪਾਠਕ ਨੂੰ ਇਹ ਸਲਾਹ ਵੀ ਦੇ ਸਕਦੇ ਹੋ ਕਿ ਜੇਕਰ ਤੁਸੀਂ ਪਹਿਲਾਂ ਛਪ ਚੁੱਕੀਆਂ ਇਹੋ ਜਿਹੀਆਂ ਪੁਸਤਕਾਂ ਜਿਹੜੀਆਂ ਕਿ ਉੱਥੇ ਅਵੇਲੇਬਲ ਵੀ ਨੇ ਜਾਂ ਪਾਠਕਾਂ ਵੱਲੋਂ ਪੜ੍ਹੀਆਂ ਗਈਆਂ ਨੇ, ਜੇਕਰ ਤੁਸੀਂ ਪੜ੍ਹੀਆਂ ਤੇ ਪਸੰਦ ਕੀਤੀਆਂ ਹਨ ਤਾਂ ਇਹ ਦਾਅਵਾ ਹੈ ਕਿ ਤੁਸੀਂ ਇਸ ਪੁਸਤਕ ਨੂੰ ਵੀ ਜ਼ਰੂਰ ਪਸੰਦ ਕਰੋਗੇ। ਸਮੀਖਿਆ ਦਾ ਅੰਤਮ ਤੇ ਮਹੱਤਵਪੂਰਨ ਪੜਾਅ ਹੁੰਦਾ ਹੈ ਸਟਾਰ ਰੇਟਿੰਗ।
ਭਾਵ ਕਿ ਕਿਸੇ ਵੀ ਚੀਜ਼ ਨੂੰ, ਵਸਤੂ ਨੂੰ, ਕਿਤਾਬ ਨੂੰ ਅੱਜ ਕੱਲ੍ਹ ਸਮੀਖਿਆ ਦੇ ਤੌਰ ਦੇ ਉੱਤੇ ਸਿਤਾਰਿਆਂ ਨਾਲ ਤੁਲਨਾ ਦੇਣ ਦਾ ਰਿਵਾਜ ਪ੍ਰਚਲਿਤ ਹੈ, ਪਰ ਇਹ ਜ਼ਰੂਰੀ ਨਹੀਂ ਹੈ। ਜੇ ਤੁਸੀਂ ਸਿਤਾਰਿਆਂ ਨਾਲ ਤੁਲਨਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਰਵਾਇਤੀ 5 ਜਾਂ 10 ਵਿੱਚੋਂ ਵਾਲਾ ਤਰੀਕਾ ਵੀ ਵਰਤ ਸਕਦੇ ਹੋ। ਤੁਸੀਂ ਕੁਝ ਘੱਟ ਰਵਾਇਤੀ ਢੰਗ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਆਪਣੀ ਸਿਤਾਰਾ ਤੁਲਨਾ ਨੂੰ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਵਿਸ਼ਾ ਪੱਖ, ਪਲਾਟ, ਪਾਤਰ ਚਿੱਤਰਣ, ਕਲਾ ਪੱਖ, ਭਾਸ਼ਾ, ਸ਼ੈਲੀਗਤ ਵਿਸ਼ੇਸ਼ਤਾਵਾਂ ਆਦਿ ਲਈ ਵੱਖ-ਵੱਖ ਕਰਕੇ ਵੀ ਦੇ ਸਕਦੇ ਹੋ। ਭਾਵ ਕਿ ਤੁਸੀਂ ਉਸਦੇ ਵਿਸ਼ੇ ਨੂੰ ਵੱਖਰੇ ਤੌਰ ਦੇ ਉੱਤੇ ਵੀ 5 ਜਾਂ 10 ਤਾਰਿਆਂ ਦੇ ਵਿੱਚੋਂ ਕਹਿ ਸਕਦੇ ਹੋ ਕਿ ਮੇਰੇ ਵੱਲੋਂ ਇਹਦੇ ਵਿਸ਼ੇ ਲਈ 10 ਦੇ ਵਿੱਚੋਂ 10 ਸਿਤਾਰੇ ਜਿਹੜੇ ਨੇ ਮੈਂ ਇਹਨੂੰ ਦੇ ਰਿਹਾ ਹਾਂ। ਉਹਨੂੰ ਇਕੱਠੇ ਰੂਪ ਦੇ ਵਿੱਚ ਵੀ ਜਿਹੜਾ ਸਮੁੱਚੀ ਪੁਸਤਕ ਨੂੰ ਵੀ ਤੁਸੀਂ ਸਿਤਾਰਿਆਂ ਨਾਲ ਤੁਲਨਾ ਕਰਕੇ ਉਹਦੀ ਸਟਾਰ ਰੇਟਿੰਗ ਬਾਰੇ ਆਪਣੇ ਵਿਚਾਰ ਜਿਹੜੇ ਨੇ ਉਹ ਵਿਅਕਤ ਕਰ ਸਕਦੇ ਹੋ। ਉਮੀਦ ਹੈ ਕਿ ਵਿਚਾਰੇ ਗਏ ਨੁਕਤੇ ਤੁਹਾਨੂੰ ਇੱਕ ਪੁਸਤਕ ਸਮੀਖਿਅਕ ਦੇ ਤੌਰ ਦੇ ਉੱਤੇ ਪੁਸਤਕ ਦੀ ਸਮੀਖਿਆ ਕਰਨ ਲਈ ਮਦਦਗਾਰ ਸਾਬਤ ਹੋਣਗੇ। ਖਾਲਸਾ ਕਾਲਜ ਪਟਿਆਲਾ ਵੱਲੋਂ ਇਹੋ ਜਿਹੀਆਂ ਪੇਸ਼ਕਾਰੀਆਂ ਤੁਹਾਡੇ ਲਈ ਅੱਗੇ ਤੋਂ ਵੀ ਲੈਂਦੇ ਆਵਾਂਗੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।